ਕੀ ਗੁਰਬਾਣੀ ਪੜ੍ਹ ਕੇ ਹਵਨ ਕਰਨਾ ਸਿੱਖ ਮਰਿਆਦਾ ਦੇ ਵਿਰੁੱਧ ਹੈ, ਗੁਰਮਤਿ ਦੇ ਵਿਰੁੱਧ ਹੈ? ਜਰਾ ਵਿਚਾਰ ਕਰੋ। ਨਿਹੰਗ ਸਿੰਘਾਂ ਦੁਆਰਾ ਬ੍ਰਹਮ ਕਵਚ ਬਾਣੀ ਦਾ 1.25 ਲੱਖ ਪਾਠ ਕਰਨਾ ਅਤੇ ਨਾਲ ਉਸਦੇ ਹਵਨ ਕਰਨਾ, ਇਹ ਸਿੱਧ ਕਰਦਾ ਹੈ ਕਿ ਹਵਨ ਕਰਕੇ ਨਾਲ ਬਾਣੀ ਦਾ ਪਾਠ ਕਰਨਾ ਇਹ ਸਿੱਖ ਮਰਿਆਦਾ ਦਾ, ਖਾਲਸਾ ਪੰਥ ਦਾ, ਅੰਮ੍ਰਿਤਧਾਰੀਆਂ ਦੀ ਮਰਿਆਦਾ ਦਾ ਇੱਕ ਅਟੁੱਟ ਅੰਗ ਹੈ। ਇਹ ਕੋਈ ਬੇਮਰਿਆਦਗੀ ਨਹੀਂ ਹੈਗੀ। ਇਹ ਚੀਜ਼ ਉਸੇ ਗੱਲ ਦੀ ਪ੍ਰੋੜਤਾ ਵੀ ਕਰਦੀ ਹੈ ਜੋ ਨਾਮਧਾਰੀ ਅੰਮ੍ਰਿਤਧਾਰੀ ਖਾਲਸੇ 1.25 ਲੱਖ ਚੰਡੀ ਦੀ ਵਾਰ ਦਾ ਪਾਠ ਕਰਦੇ ਹਨ ਅਤੇ ਨਾਲ ਹਵਨ ਕਰਦੇ ਹਨ। ਨਾਮਧਾਰੀ ਸਿੱਖ ਅਤੇ ਨਿਹੰਗ ਸਿੰਘ ਇਹ ਦੋ ਹੀ ਸੰਪਰਦਾਵਾਂ ਸਨ ਜਿਹੜੀਆਂ ਪੂਰੀਆਂ ਅੰਗਰੇਜ਼ ਵਿਰੋਧੀ ਸਨ ਅਤੇ ਅੰਗਰੇਜ਼ਾਂ ਨਾਲ ਲੜਦੀਆਂ ਰਹੀਆਂ ਹਨ। ਜਾਂ ਨਿਹੰਗ ਸਿੰਘ ਤਾਂ ਮੁਸਲਮਾਨਾਂ ਦੇ ਸਮੇਂ ਵੀ ਮੁਸਲਮਾਨਾਂ ਨਾਲ ਲੜਦੇ ਰਹੇ ਹਨ ਅਤੇ ਬਿਨਾਂ ਪੈਸਿਆਂ ਤੋਂ ਧਰਮ ਰਕਸ਼ਕ ਦੇ ਰੂਪ ਵਿੱਚ ਇਹ ਦੋਵੇਂ ਸੰਪਰਦਾਵਾਂ ਲੜਦੀਆਂ ਰਹੀਆਂ ਨੇ। ਇਸ ਕਰਕੇ ਇਹ ਗੁਰਬਾਣੀ ਦਾ ਪਾਠ ਕਰਕੇ ਹਵਨ ਕਰਨ ਦੀ ਮਰਿਆਦਾ, ਇਹ ਪਰੰਪਰਾ ਇਹਨਾਂ ਦੋ ਸੰਪਰਦਾਵਾਂ ਦੇ ਕੋਲ ਹੀ ਸੰਭਾਲੀ ਹੋਈ ਹੈ। ਬਾਕੀ ਦਿਆਂ ਨੇ ਤਾਂ ਅੰਗਰੇਜ਼ ਭਗਤੀ ਕਰਕੇ ਜਾਂ ਚੁੱਪ ਬੈਠ ਕੇ ਆਪੋ ਆਪਣਾ ਪਿੰਡਾ ਬਚਾਇਆ ਸੀ। ਅੰਗਰੇਜ਼ ਭਗਤ ਸਿੱਖਾਂ ਦੁਆਰਾ ਨਾਮਧਾਰੀ ਅਤੇ ਨਿਹੰਗ ਸਿੰਘ ਇਹਨਾਂ ਦੋਹਾਂ ਸੰਪਰਦਾਵਾਂ ਦਾ ਵਿਰੋਧ ਕਰਨਾ ਸੁਭਾਵਿਕ ਹੈ ਅਤੇ ਆਪਣੇ ਚਾਪਲੂਸ ਸਿੱਖਾਂ ਤੋਂ ਇਹਨਾਂ ਦਾ ਵਿਰੋਧ ਕਰਵਾਉਣਾ ਵੀ ਸੁਭਾਵਿਕ ਹੈ ਅਤੇ ਉਹਨਾਂ ਦੇ ਅੰਗਰੇਜ਼ ਭਗਤ ਚਾਪਲੂਸ ਸਿੱਖਾਂ ਵੱਲੋਂ ਇਹ ਫਤਵੇ ਦੇਣੇ ਕਿ ਇਹ ਸਿੱਖ ਹੀ ਨਹੀਂ ਹਨ, ਇਹ ਹਿੰਦੂ ਹਨ, ਹਿੰਦੂਆਂ ਵਾਲੇ ਕੰਮ ਕਰਦੇ ਹਨ, ਇਹ ਗੱਲ ਵੀ ਉਹਨਾਂ ਦੀ ਕਹਿਣੀ ਉਹਨਾਂ ਦੀ ਅੰਗਰੇਜ਼ ਭਗਤੀ ਨੂੰ ਸਿੱਧ ਕਰਦੀ ਹੈ। ਜਿਹੜੇ ਨਾਮਧਾਰੀ ਸਿੰਘਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਹਵਨ ਕਰਦੇ ਹੋ, ਨਿਹੰਗਾਂ ਸਿੰਘਾਂ ਨੂੰ ਕਹਿੰਦੇ ਨੇ ਤੁਸੀਂ ਹਵਨ ਕਰਦੇ ਹੋ, ਇਸ ਕਰਕੇ ਹਿੰਦੂ ਹੋ, ਇਹ ਹਿੰਦੂਆਂ ਵਾਲੇ ਕੰਮ ਨੇ। ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਲਾਵਾਂ ਕਿਉਂ ਲੈਂਦੇ ਹੋ? ਲਾਵਾਂ ਵੀ ਤਾਂ ਹਿੰਦੂਆਂ ਦੀਆਂ ਨੇ। ਲਾਵਾਂ ਕਿੱਥੋਂ ਆਈਆਂ ਨੇ? ਮੁਸਲਮਾਨਾਂ ਦੀਆਂ ਤਾਂ ਨਹੀਂ ਹੈਗੀਆਂ। ਤੁਸੀਂ ਕਿਉਂ ਲਾਵਾਂ ਲੈਂਦੇ ਹੋ? ਹਿੰਦੂ ਹੱਥ ਜੋੜਦੇ ਨੇ, ਤੁਸੀਂ ਕਿਉਂ ਹੱਥ ਜੋੜਦੇ ਹੋ? ਕਿਉਂਕਿ ਇਹਨਾਂ ਦੋਹਾਂ ਸੰਪਰਦਾਵਾਂ ਨੂੰ ਕੁਚਲਣ ਵਾਸਤੇ, ਗੁਰਦੁਆਰਿਆਂ ਅਤੇ ਧਰਮ ਅਸਥਾਨਾਂ ਤੋਂ ਦੂਰ ਕਰਨ ਵਾਸਤੇ ਅੰਗਰੇਜ਼ਾਂ ਦੇ ਸਮੇਂ ਵੀ ਉਹਨਾਂ ਨੇ ਆਪਣੇ ਪਿੱਠੂ ਸਿੱਖਾਂ ਨੂੰ ਅਤੇ ਪੁਜਾਰੀਆਂ ਨੂੰ ਵਰਤਿਆ ਸੀ। ਨਹੀਂ ਤਾਂ ਅੰਗਰੇਜ਼ਾਂ ਦਾ ਰਾਜ ਹੋਣ ਤੋਂ ਪਹਿਲਾਂ ਤਾਂ ਹਰਿਮੰਦਰ ਸਾਹਿਬ, ਅਕਾਲ ਤਖਤ ਆਦਿ ਜਿੰਨੇ ਵੀ ਵੱਡੇ ਅਸਥਾਨ ਸਨ, ਉਹਨਾਂ ਸਾਰਿਆਂ ਦੀ ਪਵਿੱਤਰਤਾ ਵਾਸਤੇ, ਉਹਨਾਂ ਦੀ ਰਾਖੀ ਕਰਨ ਵਾਸਤੇ ਨਿਹੰਗ ਸਿੰਘ ਹੀ ਨਿਸ਼ਕਾਮ ਸੇਵਾ ਕਰਦੇ ਸੀ। ਕੋਈ ਤਨਖਾਹ ਨਹੀਂ ਸੀ ਲੈਂਦੇ ਅੱਜ ਵਾਂਗੂ ਸਾਡੀਆਂ ਕਮੇਟੀਆਂ ਵਾਂਗੂ, ਅਤੇ ਯੁੱਧ ਕਰਦੇ ਸੀ ਸੀਸ ਤਲੀ ਤੇ ਧਰ ਕੇ, ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕੀਤਾ ਸੀ। ਉਸੇ ਪਰੰਪਰਾ ਲੜੀ ਦੇ ਅਨੁਸਾਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਨਾਮਧਾਰੀ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਜਦੋਂ ਅੰਗਰੇਜ਼ਾਂ ਨੇ ਸਿੱਖਾਂ ਦੀ ਅਣਖ ਨੂੰ ਚੈਲੰਜ ਕਰਨ ਵਾਸਤੇ ਹਰਿਮੰਦਰ ਸਾਹਿਬ ਦੇ ਨੇੜੇ, ਜਿੱਥੇ ਘੰਟਾ ਘਰ ਹੈ ਉਹਦੇ ਬਿਲਕੁਲ ਨਾਲ ਕਰਕੇ ਇੱਕ ਬੁੱਚੜਖਾਨਾ ਲਾਇਆ ਸੀ, ਉੱਥੋਂ ਪੰਛੀ ਬੋਟੀਆਂ ਲਿਆ ਕੇ ਸੁੱਟਦੇ ਸਨ ਸਰੋਵਰ ਦੇ ਵਿੱਚ ਤੇ ਪਵਿੱਤਰਤਾ ਭੰਗ ਕਰਦੇ ਸੀ। ਨਾਮਧਾਰੀ ਸਿੰਘਾਂ ਤੋਂ ਉਹ ਨਾ ਜਰਿਆ ਗਿਆ, ਉਹਨਾਂ ਨੇ ਬੁੱਚੜ ਵੱਢ ਦਿੱਤੇ ਤੇ ਬੁੱਚੜਖਾਨਾ ਖਤਮ ਕੀਤਾ, ਜਿਸ ਕਰਕੇ 4 ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਅਤੇ ਗਊ ਰੱਖਿਆ ਵਾਸਤੇ। ਇਸ ਕਰਕੇ ਨਿਹੰਗ ਸਿੰਘ ਅਤੇ ਨਾਮਧਾਰੀ ਇਹ ਦੋਵੇਂ ਸੰਪਰਦਾਵਾਂ ਦੀ ਆਪਣੀ ਪਰੰਪਰਾ ਹੈ ਹਵਨ ਕਰਨ ਦੀ, ਗੁਰਬਾਣੀ ਦਾ ਨਾਲ ਪਾਠ ਕਰਨ। ਜਿਹੜੇ ਨਹੀਂ ਕਰਦੇ ਇਹ ਸੰਪਰਦਾਵਾਂ ਉਹਨਾਂ ਤੇ ਤਾਂ ਕਿੰਤੂ ਪਰੰਤੂ ਨਹੀਂ ਕਰਦੀਆਂ, ਪਰ ਦੂਸਰਿਆਂ ਨੂੰ ਕੀ ਤਕਲੀਫ ਹੁੰਦੀ ਹੈ? ਕੀ ਗੁਰਮਤਿ ਦੇ ਉਹ ਠੇਕੇਦਾਰ ਨੇ ਜਿਹੜੇ ਕਹਿੰਦੇ ਨੇ ਕਿ ਹਿੰਦੂ ਨੇ ਇਹਨਾਂ ਤੇ ਰੌਲਾ ਪਾ ਦਿੰਦੇ ਨੇ? ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਦੇ ਬੂਟ ਚੱਟ ਕੇ ਤੇ ਗੁਰਦੁਆਰਿਆਂ ਉੱਤੇ ਉਹ ਕਾਬਜ ਹੋ ਗਏ ਨੇ ਔਰ ਅੰਗਰੇਜ਼ਾਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਪ੍ਰੋਗਰਾਮਿੰਗ ਇਹੋ ਜਿਹੀ ਕਰ ਦਿੱਤੀ ਹੈ ਕਿ ਜਿੰਨੇ ਦੇਸ਼ ਭਗਤ ਸਿੱਖ ਨੇ ਤੁਸੀਂ ਸਭ ਦੀ ਵਿਰੋਧਤਾ ਹੀ ਕਰਨੀ ਹੈ। ਇਸ ਕਰਕੇ ਉਹ ਕਰਦੇ ਨੇ। ਉਹਨਾਂ ਸਾਰੇ ਵੀਰਾਂ ਨੂੰ ਸੋਚਣ ਦੀ ਲੋੜ ਹੈ ਕਿ ਹਰ ਸੰਪਰਦਾ ਦੀ ਆਪਣੀ ਆਪਣੀ ਪਰੰਪਰਾ ਹੈ ਔਰ ਅਸੀਂ ਹਿੰਦੂ ਪਰੰਪਰਾਵਾਂ ਨੂੰ ਕਿਸੇ ਕੀਮਤ ਤੇ ਛੱਡ ਹੀ ਨਹੀਂ ਸਕਦੇ। ਕਿਹੜੀ ਨੂੰ ਆਪਾਂ ਛੱਡਾਂਗੇ? ਵਿਚਾਰਨ ਦੀ ਲੋੜ ਹੈ। 10ਵੇਂ ਪਾਤਸ਼ਾਹ ਜੀ ਦੀ ਅਸਲੀ ਮਰਿਆਦਾ, ਅੰਮ੍ਰਿਤਧਾਰੀ ਖਾਲਸਿਆਂ ਵਾਲੀ ਅਸਲੀ ਮਰਿਆਦਾ ਇਹਨਾਂ ਦੋ ਸੰਪਰਦਾਵਾਂ ਕੋਲ ਹੈ, ਜਾਂ ਟਕਸਾਲ ਵਾਲਿਆਂ ਕੋਲ ਹੈ, ਨਿਹੰਗਾਂ ਸਿੰਘਾਂ ਕੋਲ, ਨਾਮਧਾਰੀਆਂ ਕੋਲ, ਦਮਦਮੀ ਟਕਸਾਲ ਵਾਲਿਆਂ ਕੋਲ। ਪੁਰਾਤਨ ਸਿੱਖਾਂ ਦੀ ਪਰੰਪਰਾਗਤ ਮਰਿਆਦਾ ਇਹਨਾਂ ਕੋਲ ਹੀ ਹੈ। ਆ ਕੋਟ ਪੈਂਟ ਤੇ ਟੇਢੀਆਂ ਪੱਗਾਂ ਤੇ ਟਾਈਆਂ ਤੇ ਵੋਟਾਂ ਚੋਣਾਂ ਤੇ ਹਰੇਕ ਨੂੰ ਕਹਿਣਾ ਕਿ ਤੁਸੀਂ ਸਿੱਖ ਨਹੀਂ, ਇਹ ਤਾਂ ਅੰਗਰੇਜ਼ ਭਗਤ ਸਿੱਖਾਂ ਦੇ ਕੰਮ ਨੇ, ਗੁਰਸਿੱਖ ਇਹ ਕੰਮ ਨਹੀਂ ਕਰਦੇ। ਇਸ ਕਰਕੇ ਆਪ ਜੀ ਸਾਰਿਆਂ ਨੂੰ ਵਿਚਾਰਨ ਦੀ ਲੋੜ ਏ ਕਿ ਇਹਨਾਂ ਤੇ ਨਿਹੰਗਾਂ ਸਿੰਘਾਂ ਤੇ, ਟਕਸਾਲ ਵਾਲਿਆਂ ਤੇ, ਨਾਮਧਾਰੀਆਂ ਤੇ ਹਿੰਦੂ ਆਖ ਕੇ
ਜਾਂ ਇਹਨਾਂ ਦੀ ਕਿਸੇ ਵੀ ਪਰੰਪਰਾ ਦੇ ਉੱਤੇ ਉਂਗਲ ਚੁੱਕਣੀ ਹੈ ਤਾਂ ਸੋਚ ਸਮਝ ਕੇ ਚੁੱਕੋ। ਪਹਿਲਾਂ ਆਪਣਾ ਪੜਚੋਲੋ ਕਿ ਅਸੀਂ ਈਸਾਈਆਂ ਦੇ ਇਸ਼ਾਰੇ ਤੇ ਕਿਉਂ ਨੱਚਦੇ ਪਏ ਹਾਂ, ਅਸੀਂ ਸਿੱਖ ਵਿਰੋਧੀ ਕੰਮ ਕਿਉਂ ਕਰਦੇ ਹਾਂ। नमस्कार। सिख कौन है? गुरु वाणी अनुसार, गुरु ग्रंथ साहब जी अनुसार सिख कौन है? सो सिख सखा बंदप है भाई, जे गुर के भाने विच आवे। सदगुरु अमरदास जी की वाणी के अनुसार सिख वह है जो गुरु का बहाना वचन मानता है। गुरु जी का वचन क्या है? हारिको नाम जप निर्मल कर्म, अर्थात प्रभु का नाम जाप और शुभ कर्म कर। जो भी मनुष्य सदगुरु जी के इस वचन को मानता है और सदगुरु नानक देव जी के प्रति श्रद्धा रखता है, वह ही सिख है, क्योंकि सिक्खी श्रद्धा से है। गुरुवाणी में लिखा है, सतगुर की नित श्रद्धा लागी मोको। सदगुरु नानक देव जी के प्रति श्रद्धा रखने वाला केवल मनुष्य ही नहीं, प्रत्येक प्राणी नानक पंथी है, सिख है, गुरु जी का शिष्य है, गुरु जी का मुरीद है। जिस सर्प ने गुरु जी पर छाया की थी वह भी सिख था। गुरुद्वारा एक्ट में लिखी हुई सिख की परिभाषा केवल गुरुद्वारा चुनावों के लिए है, परंतु यह परिभाषा गुरुवाणी आशय के विरुद्ध है। यह परिभाषा अंग्रेजों ने सिख पंथ को घटाने के लिए बनाई थी। जो परिभाषा मैं लिख रहा हूँ, आपको मैं प्रस्तुत कर रहा हूँ, यह परिभाषा तो पूर्ण रूप से गुरुवाणी आधारित है। सदगुरु नानक देव जी की वाणी में सिक्खी की व्याख्या यह है, सिक्खी शिक्षा गुर विचार, अर्थात गुरु की शिक्षा को विचार कर मानना ही सिक्खी है। गुरुवाणी अनुसार सिक्खी बाहरी स्वरूप से नहीं और किसी विशेष पहरावे से भी नहीं। सदगुरु नानक देव जी ने तो अपनी वाणी में हर वेश भेख का खंडन किया है। छोड़ा हो वेश भेख चतुराई। सदगुरु अमरदास जी उच्चारण करते हैं, वेसी सौह ना पाइय कार्य कर वेश रही, नानक तिन्नी सौ पाया जिन्नी गुर की सिख सुनी। अर्थात किसी भी बाहरी स्वरूप से प्रभु प्राप्ति नहीं हो सकती। प्रभु प्राप्ति तो केवल उसी को होती है जो गुरु जी की शिक्षा को सुनकर मानता है। इसलिए सिक्खी तो श्रद्धा से है। मेरे प्रभ सरदा भगत मन भावै। यह गुरु जी ने उच्चारण किया हुआ है कि मेरे प्रभ सरदा भगत मन भावै। गुरु साहिब जी इन पंक्तियों के अनुसार श्रद्धा वाले मोने को, केस रहित को भी सिख प्रवान करते हैं, क्योंकि बहुत से हिंदू कहे जाते हमारे मोने वीर सदगुरु नानक देव जी को मानते हैं, इसलिए वह भी सिख हैं। सदगुरु नानक देव जी ने उच्चारण किया है, ना सत्य मूंड मुडाई केसी ना सत। मतलब है कि ना तो सिर मुनाने से प्रभु प्राप्ति होती है, ना केस रखने से होती है। सदगुरु गोबिंद सिंह जी ने अकाल उस्तुत में लिखा है, केश धरे न मिले हर प्यारे। केश रखने से नहीं प्रभु प्राप्ति होती। तथा गुरु ग्रंथ साहिब जी में तो यह भी लिखा है, भावे लांबे केश कर भावे करड़ मुंडाए। इन पंक्तियों के अनुसार सिख बनने के लिए केश दाढ़ी होना जरूरी नहीं है। केश दाढ़ी के बिना भी सिख हो सकता है, इसलिए सिक्खी केश दाढ़ी से नहीं है। सिक्खी तो गुरु प्रति विश्वास के साथ है। गुरु जी लिखते हैं, जाके मन गुर की प्रतीत, जाके मन गुर की प्रतीत, तिस जन आवे हारे प्रभ चीत। अमृतधारी सिखों के लिए केश दाढ़ी रखने अनिवार्य है। अमृतधारी खालसा पंथ तो समुच्चे सिख पंथ का एक अत्यंत श्रेष्ठ अंग है, लेकिन सिख पंथ केवल अमृतधारी खालसा ही तो नहीं, सिख पंथ तो बहुत विशाल है। सिख पंथ में तो सभी गुरु नानक पंथी गुरु नानक नाम लेवा आते हैं। सभी गुरु नानक पंथ की संप्रदायों को मिलाकर सिख पंथ बनता है।
भाई कन्हैया, भाई नंदलाल, दीवान टोडरमल आदि सिख 10वें पातशाह जी के समय भी अमृतधारी नहीं थे, लेकिन वह भी महान सिख थे। गुरुजी ने उनको निकाला भी नहीं, उनको पीटा भी नहीं कि आप अमृत क्यों नहीं पान करते। राय बलार, गनी खां, नबी खां, पीर बुद्धू शाह आज वह भी तो गुरुजी के सिख थे, शिष्य थे तथा मुरीद थे, क्योंकि मुसलमान अपने को मुरीद कहते हैं। आज भी जो प्राणी गुरुजी प्रति श्रद्धा रखता है वह ही गुरु नानक पंथी सिख है, मुरीद है। सिख पंथ भक्ति मार्ग है, सिख को गुरुजी ने भक्त बनाया है। इस कारण भक्तों के जो लक्षण गुरुजी ने गुरुवाणी में लिखे हैं वह ही लक्षण सिखों के भी होने चाहिए। इन लक्षणों में गुरुजी ने किसी भी प्रकार के वस्त्र, केश, दाढ़ी आदि बाहरी स्वरूप का उल्लेख ही नहीं किया। सदगुरु अमरदास जी का श्रीमुख वाक है, भक्ता की चाल निराली, चाला निराली भक्ता केरी, विखम मार्ग चलना। लब लोभ अहंकार तज तृष्णा, बहुत नाही बोलना। खन्यो तिखी वालो निक्की, एत मार्ग जाना। गुर प्रसादी जिन्नी आप तजया, हर वासना समानी। उपरोक्त शब्द का अर्थ साधारण शब्दों में यह है कि सामान्य लोगों से, साधारण लोगों से भक्तजनों की, सिखों की जीवन शैली अलग होती है। बुरे कर्म और तृष्णा का त्याग करके गुरु कृपा के साथ आपा भाव यानी अहंकार को त्याग करके प्रभु भक्ति करनी। इसी कारण यह भक्ति मार्ग खंडे की धार के ऊपर चलने जैसा कठिन है। संपूर्ण आदि वाणी यानी कि श्री गुरु ग्रंथ साहिब जी, भाई गुरदास जी की वाणी या सदगुरु गोविंद सिंह जी की दसम वाणी में कहीं भी सिख का बाहरी कोई भी स्वरूप, वेश, पहरावा निर्धारित नहीं किया गया। गुरु जी द्वारा सिखों को किसी भी प्रकार के बाहरी स्वरूप, तिलक, जन्यू, टोपी, सुन्नत, केश, दाढ़ी, दस्तार और कोई भी विशेष पहरावा पहनने का आदेश भी नहीं और मनाही भी नहीं है। मैं फिर स्पष्ट कर रहा हूं, कोई भी विशेष पहरावा पहनने का आदेश भी नहीं और गुरु जी की वाणी के अनुसार मनाही भी नहीं की गई है। यहाँ तक कि हमारे गुरु जी को गुरगद्दी देने के समय तिलक लगाया जाता था और बहुत सारे सिख मस्तक में तिलक लगाते थे। परंतु कई सिख संप्रदायों का अपना अपना बाहरी स्वरूप और भेष है। जैसे नामधारी सिंह सफेद वस्त्र पहनते हैं, निहंग सिंह नीले वस्त्र पहनते हैं, निर्मले महात्मा भगवा वस्त्र पहनते हैं। उन संप्रदायों को मानने वालों के लिए वह सभी स्वरूप, वेशभूषा ठीक है, परंतु सिख तो किसी भी बाहरी स्वरूप और भेष के बिना, भेख के बिना भी हो सकता है, क्योंकि सिख तो श्रद्धा से है, बाहरी स्वरूप से नहीं है।